ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਅੱਜ ਆਪਾਂ ਨਿਊ ਚੈਪਟਰ ਸ਼ੁਰੂ ਕਰ ਰਹੇ ਹਾਂ MOP ਦਾ, ਜਿਹਦਾ ਨਾਮ ਹੈ ਆਫਿਸ ਮੈਨੇਜਰ। ਆਫਿਸ ਮੈਨੇਜਰ ਦਾ ਤੁਹਾਨੂੰ ਪਤਾ ਵਾ ਕਿ ਆਫਿਸ ਮੈਨੇਜਰ ਕਿ ਜਿਹੜਾ ਆਫਿਸ ਦੇ ਵਿੱਚ ਇੱਕ ਮੈਨੇਜਰ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ, ਠੀਕ ਹੈ। Office manager is a full-time officer in an organization who is entrusted with the working of managing the office। ਕਹਿੰਦਾ ਕਿ ਫੁੱਲ ਟਾਈਮ ਇੱਕ ਆਫਿਸਰ ਹੁੰਦਾ ਵਾ, ਆਫਿਸਰ ਮੈਨੇਜਰ ਉਹ ਹੁੰਦਾ ਵਾ ਜਿਹੜਾ ਫੁੱਲ ਟਾਈਮ ਕੰਮ ਕਰਦਾ ਆਫਿਸ ਦੇ ਵਿੱਚ, ਠੀਕ ਹੈ ਜੀ। ਅਤੇ ਜਿਹੜਾ ਹਰ ਇੱਕ ਚੀਜ਼ ਮੈਨੇਜ ਕਰਦਾ ਆਫਿਸ ਦੇ ਵਿੱਚ। ਹੀ ਇਜ਼ ਏ ਕੀ ਮੈਨ ਇਨ ਦ ਆਰਗੇਨਾਈਜੇਸ਼ਨ। ਓਬਵੀਅਸਲੀ ਕੀ ਮੈਨ ਹੈ, ਕਿਉਂਕਿ ਮੈਨੇਜਰ ਨੇ ਹੀ ਸਾਰਾ ਕੁਝ ਮੈਨੇਜ ਕਰਨਾ। ਸੋ ਉਹ ਕੀ ਮੈਨ ਦਾ ਮਤਲਬ ਇੱਕ ਮੇਨ ਮੈਨ ਆ, ਠੀਕ ਹੈ। एंड इज़ एट द टॉप ऑफ द ऑर्गेनाइजेशनल पैरामिड एंड ਉਹਦੀ पोजीशन ਕੀ ਆ, टॉप पोजीशन आ, ठीक। ही इज़ रिस्पोंसिबल फॉर ऑल क्लैरिकल फंक्शनस परफॉर्मड इन एन ऑर्गेनाइजेशन। ਜਿਹੜਾ ਸਾਰਾ क्लैरिकल काम आ, क्लैरिकल काम ਦਾ ਮਤਲਬ ਹੋ ਗਿਆ ਕਿ ਸਾਰਾ ਕੁਝ ਉਹਨੇ ਦੇਖਣਾ ਵਾ ਕਿ ਵਰਕਰਸ ਕੰਮ ਕਰ ਰਹੇ ਆ ਕਿ ਨਹੀਂ ਕਰ ਰਹੇ, ਜਿੱਦਾਂ ਕਿ ਸੈਲਰੀਜ਼ ਬਣ ਗਈਆਂ ਵਾ, ਵੇਜਿਸ ਦੇ ਦਿੱਤੀਆਂ ਵਾ, ਜਾਂ ਜਿਹੜਾ ਸਮਾਨ ਮੰਗਵਾਉਣਾ ਸੀ ਉਹ ਮੰਗਵਾ ਲਿਆ, ਉਹ ਸਾਰਾ ਕੰਮ ਕੌਣ ਦੇਖਦਾ ਵਾ, ਇਹੀ ਦੇਖਦਾ, ਠੀਕ ਆ। ਹੀ ਇਜ਼ ਟੂ ਡਿਸਾਈਡ ਅਬਾਊਟ ਹੂ ਇਜ਼ ਟੂ ਡੂ ਦ ਵਰਕ, ਹਾਊ ਇਟ ਇਜ਼ ਟੂ ਬੀ ਡਨ ਐਂਡ ਵੈਨ ਇਟ ਇਜ਼ ਟੂ ਬੀ ਡਨ। ਕਹਿੰਦੇ ਆ ਕਿ ਇਹ ਉਹ ਪਰਸਨ ਆ ਜਿਹੜਾ ਇਹ ਡਿਸਾਈਡ ਕਰਦਾ ਵਾ ਕਿ ਕਿਹੜਾ ਕੰਮ ਕਿੰਨੇ ਕਰਨਾ, ਕਦੋਂ ਕਰਨਾ ਵਾ, ਐਂਡ ਹਾਊ ਉਹਨੂੰ ਕਿੱਦਾਂ ਕੰਮ ਕਰਨਾ ਹੈ, ਠੀਕ ਹੈ। ਆਫਿਸਰ ਮੈਨੇਜਰ ਇਜ਼ ਅ ਲਾਈਨ ਮੈਨੇਜਰ ਫॉर ਹਿਜ਼ ਓਨ ਡਿਪਾਰਟਮੈਂਟ ਐਂਡ ਐਕਟ ਐਜ਼ ਅ ਸਟਾਫ ਮੈਨੇਜਰ ਫॉर ਅਦਰ ਡਿਪਾਰਟਮੈਂਟਸ। ਕਹਿੰਦਾ ਵਾ ਕਿ ਆਫਿਸ ਮੈਨੇਜਰ ਇੱਕ ਓਬਵੀਅਸਲੀ ਇੱਕ ਮੈਨੇਜਰ ਆ, ਅਤੇ ਬਾਕੀ ਡਿਪਾਰਟਮੈਂਟਸ ਲਈ ਵੀ ਉਹ ਇੱਕ ਤਰ੍ਹਾਂ ਦਾ ਇੰਪਲੋਈ, ਕਿਉਂਕਿ ਮੈਨੇਜਰ ਦਾ ਮਤਲਬ ਉਹਨੇ ਮੈਨੇਜ ਕਰਨਾ, ਬਟ ਉਹਦੇ ਉੱਪਰ ਜਿਹੜੇ ਉਹਦੇ ਬੋਰਡ ਆਫ ਡਾਇਰੈਕਟਰਸ ਵੀ ਹੈਗੇ ਆ। ਦੇਖੋ ਹੁਣ ਤੁਹਾਡਾ ਬਿਜ਼ਨਸ ਆ, ਤੁਸੀਂ ਇੱਕ ਬਿਜ਼ਨਸ ਸਟਾਰਟ ਕੀਤਾ, ਤੁਸੀਂ ਉਹਦੇ ਵਿੱਚ ਇੱਕ ਮੈਨੇਜਰ ਰੱਖਿਆ। ਮੈਨੇਜਰ ਦਾ ਕੰਮ ਕੀ ਹੈ, ਸਾਰਾ ਕੁਝ ਮੈਨੇਜ ਕਰਨ ਦਾ, ਬਟ ਜਿਹੜਾ ਮੇਨ ਹੈ ਓਨਰ ਉਹ ਤਾਂ ਕੋਈ ਹੋਰ ਹੈ ਨਾ, ਠੀਕ ਹੈ ਜੀ। ਸੋ ਬੱਚੇ ਇੱਥੋਂ ਤੱਕ ਇੰਨਾ ਕਰਕੇ ਉਸ ਤੋਂ ਬਾਅਦ ਐਜ਼ ਹੀ ਇਜ਼ ਓਵਰਆਲ ਇਨ ਚਾਰਜ ਆਫ ਆਲ ਡਿਪਾਰਟਮੈਂਟਸ, ਹੀ ਵਰਕਸ ਫॉर ਦ ਐਫੀਸ਼ੀਐਂਟ ਵਰਕਿੰਗ ਆਫ ਆਲ ਡਿਪਾਰਟਮੈਂਟਸ। ਹੀ ਹੈਜ਼ ਫੰਕਸ਼ਨਲ ਅਥਾਰਟੀ ਓਵਰ ਆਲ ਦ ਵਰਕ ਇਨ ਆਰਗੇਨਾਈਜੇਸ਼ਨ ਐਂਡ ਹੈਂਸ ਹੀ ਇਜ਼ ਆਲਸੋ ਕਾਲਡ ਅ ਫੰਕਸ਼ਨਲ ਆਫਿਸ ਮੈਨੇਜਰ। ਕਹਿੰਦੇ ਆ ਕਿ ਉਹ ਹਰ ਇੱਕ ਚੀਜ਼ ਦਾ ਇੰਚਾਰਜ ਆ, ਉਹਨੂੰ ਹੀ ਓਨਰ ਨੇ ਪੁੱਛਣਾ ਵਾ ਕਿ ਆਹ ਕੰਮ ਕਿੱਦਾਂ ਆ, ਉਹਨੇ ਭਾਵੇਂ ਜਿੱਦਾਂ ਮਰਜ਼ੀ ਕਰਵਾਇਆ ਹੋਵੇ, ਓਨਰਸ ਨੇ ਉਹਦੇ ਕੋਲੋਂ ਹੀ ਪੁੱਛਣਾ ਵਾ ਤੁਸੀਂ ਆਹ ਕੰਮ ਕਿੱਦਾਂ ਕਰਵਾਇਆ, ਹੋ ਗਿਆ ਕੰਮ ਜਾਂ ਨਹੀਂ ਹੋ ਗਿਆ। ਸੋ ਕਹਿੰਦੇ ਉਹਨੇ ਹੀ ਸਾਰੀਆਂ ਅਥੋਰਿਟੀਜ਼ ਉਹਦੇ ਕੋਲ ਆ, ਉਹਦੀ ਕੋਈ ਰਿਸਪੋਂਸੀਬਿਲਿਟੀਜ਼, ਉਹਨੇ ਸਾਰੀਆਂ ਰਿਸਪੋਂਸੀਬਿਲਿਟੀਜ਼ ਵੰਡਣੀਆਂ ਵਾ। ਸੋ ਉਹਨੂੰ ਆਪਾਂ ਕੀ ਕਹਿ ਦਿੰਦੇ, ਫੰਕਸ਼ਨਲ ਆਫਿਸਰ, ਆਫਿਸ ਮੈਨੇਜਰ ਵੀ ਕਹਿ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਹੁਣ ਦੇਖੋ ਦ ਆਫਿਸਰ ਹੂ ਇਜ਼ ਇੰਟਿਲਟਡ ਦ ਰਿਸਪੋਂਸਿਬਿਲਿਟੀ ਆਫ ਮੈਨੇਜਮੈਂਟ ਆਫਿਸ ਇਜ਼ ਨੋਨ ਐਜ਼ ਆਫਿਸ ਮੈਨੇਜਰ। ਕਹਿੰਦਾ ਵਾ ਕਿ ਓਬਵੀਅਸਲੀ ਜਿਹਦੇ ਕੋਲ ਸਾਰੀ ਰਿਸਪੋਂਸਿਬਿਲਿਟੀ ਹੁੰਦੀ ਹੈ ਮੈਨੇਜਮੈਂਟ ਦੀ, ਉਹਨੂੰ ਆਪਾਂ ਕੀ ਕਹਿ ਦਿੰਦੇ, ਮੈਨੇਜਰ ਕਿਹਾ ਜਾਂਦਾ, ਆਫਿਸ ਮੈਨੇਜਰ। ਹੀ ਪਰਫੋਰਮਸ ਮੈਨੇਜਮੈਂਟ ਫੰਕਸ਼ਨਸ ਆਫ ਪਲੈਨਿੰਗ। ਉਹਨੇ ਕਿਹੜੇ ਕੰਮ ਕਰਨੇ ਆ, ਪਲੈਨਿੰਗ ਕਰਨੀ ਆ। ਮੈਨੇਜਰ ਨੇ ਕਿਹੜੇ ਕੰਮ ਕਰਨੇ ਆ, ਪਲੈਨਿੰਗ ਕਰਨੀ, ਆਰਗੇਨਾਈਜ਼ਿੰਗ ਕਰਨੀ, ਡਾਇਰੈਕਟਿੰਗ ਕਰਨੀ, ਕੰਟਰੋਲਿੰਗ ਕਰਨੀ। ਹੀ ਕੈਨ ਬੀ ਨੇਮਡ ਐਜ਼ ਐਡਮਿਨਿਸਟ੍ਰੇਟਿਵ ਆਫਿਸਰ, ਸੈਕਸ਼ਨ ਆਫਿਸਰ, ਮਤਲਬ ਉਹਦੇ ਵੱਖ ਨਾਮ ਆ, ਜੋ ਮਰਜ਼ੀ ਉਹਨੂੰ ਕਹਿ ਸਕਦੇ, ਕਿਹੜਾ ਐਡਮਿਨਿਸਟ੍ਰੇਟਿਵ ऑफिसर, सेक्शन ऑफिसर, इन्फॉर्मेशन मैनेजर, ऑफिस सुपरवाइजर और ऑफिस सुपरिटेंडेंट अकॉर्डिंग टू द नीड ऑफ द जॉब और इंस्टीट्यूशन, ठीक है जी। ਹੁਣ ਦੇਖੋ ਬੱਚੇ ਇਹਦੇ ਵਿੱਚ ਇੱਕ ਕੀ ਆ, ਆਫਿਸ ਮੈਨੇਜਰ ਸਰਵਸ ਐਜ਼ ਅ ਲਿੰਕ ਬਿਟਵੀਨ, ਓਬਵੀਅਸਲੀ ਲਿੰਕ ਦਾ ਮਤਲਬ ਵਿਚਕਾਰ ਦਾ ਮਿਡਲ ਬੰਦਾ ਵਾ, ਕਿਉਂਕਿ ਟੌਪ ਮੈਨੇਜਮੈਂਟ ਤੇ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਵੀ ਕੋਈ ਕੰਮ ਆ, ਜਿਹੜਾ ਓਨਰਸ ਆ, ਉਹ ਕਿੰਨੇ, ਟੌਪ ਮੈਨੇਜਮੈਂਟ ਨੇ ਕਿਹਨੂੰ ਪੁੱਛਣਾ, ਮੈਨੇਜਰ ਨੂੰ, ਠੀਕ ਆ। ਤੇ ਮੈਨੇਜਰ ਨੇ ਕਿਹਦੇ ਕੋਲ ਕਰਵਾਉਣਾ ਵਾ, ਵਰਕਰਸ ਕੋਲੋਂ। ਸੋ ਇਹ ਲਿੰਕ ਹੋਇਆ ਨਾ, ਜੇ ਵਰਕਰਸ ਨੂੰ ਕੋਈ ਪ੍ਰੋਬਲਮ ਆ ਤਾਂ ਉਹਨਾਂ ਨੇ ਕਿਹਨੂੰ ਦੱਸਣੀ, ਮੈਨੇਜਰ ਨੂੰ ਦੱਸਣੀ, ਤੇ ਮੈਨੇਜਰ ਨੇ ਗਾੜੀ ਕਿਹਨੂੰ ਦੱਸਣੀ ਆ, ਟੌਪ ਮੈਨੇਜਮੈਂਟ ਨੂੰ। ਫਿਰ ਇਹਦਾ ਮਤਲਬ ਇਹ ਹੋਇਆ ਕਿ ਟੌਪ ਮੈਨੇਜਮੈਂਟ ਵਰਕਰਸ ਨਾਲ ਸਿੱਧੀ ਗੱਲ ਨਹੀਂ ਕਰਦੀ, ਅਤੇ ਵਰਕਰਸ ਟੌਪ ਮੈਨੇਜਮੈਂਟ ਨਾਲ ਸਿੱਧੀ ਗੱਲ ਨਹੀਂ ਕਰਦੇ, ਵਿਚਕਾਰ ਵਿਚੋਲਾ ਕੌਣ ਆ, ਮੈਨੇਜਰ ਆ, ਠੀਕ ਹੈ ਜੀ। ਹੀ ਇਜ਼ ਦ ਕਮਿਊਨੀਕੇਟਰ ਆਫ ਦ ਮੈਨੇਜਮੈਂਟ ਪੋਲਿਸੀਜ਼ ਟੂ ਦ ਲੋਅਰ ਲੈਵਲ ਮੈਨੇਜਮੈਂਟ। ਉਹੀ ਗੱਲ ਹੋ ਗਈ ਕਿ ਜੋ ਟੌਪ ਮੈਨੇਜਮੈਂਟ ਨੇ ਕਿਹਾ ਇਹ ਸਾਰਾ ਕੰਮ ਕਿੰਨੇ ਦੱਸਣਾ, ਵਰਕਰਸ ਨੂੰ ਦੱਸਣਾ ਵਾ, ਉਹ ਮੈਨੇਜਰ ਨੇ ਹੀ ਦੱਸਣਾ, ਠੀਕ ਹੈ। ਹੀ ਆਲਸੋ ਪ੍ਰੋਵਾਈਡਸ ਐਡਵਾਈਸ ਟੂ ਵੇਰੀਅਸ ਅਦਰ ਮੈਨੇਜਰਸ। ਹੀ ਆਲਸੋ ਈਜ਼ਿਜ਼ ਦ ਵਰਕਿੰਗ ਆਫ ਅਦਰਸ ਬਾਏ ਹਿਜ਼ ਸੁਜੈਸ਼ਨ। ਹੀ ਐਲੋਕੇਟਸ ਦ ਵਰਕ ਟੂ ਦ ਸਟਾਫ ਵਾਈਸਲੀ, ਠੀਕ ਹੈ ਜੀ। ਹੁਣ ਆਹ ਕੁਐਸਚਨ ਤੁਹਾਨੂੰ 1 ਮਾਰਕਸ ਦੇ ਵਿੱਚ ਆ ਸਕਦਾ ਜਾਂ 2 ਮਾਰਕਸ ਦੇ ਵਿੱਚ ਆ ਸਕਦਾ। that what are the role of officer manager, ਕਿ ਰੋਲ ਕੀ ਆ ਆਫਿਸਰ ਮੈਨੇਜਰ ਦਾ। ਆਫਿਸ ਮੈਨੇਜਰ ਹੈਜ਼ ਐਨ ਇੰਪੋਰਟੈਂਟ ਰੋਲ ਟੂ ਪਲੇ ਇਨ ਐਨੀ ਬਿਜ਼ਨਸ ਆਰਗੇਨਾਈਜੇਸ਼ਨ। ਹੀ ਬੀਂਗ ਏ, ਉਹੀ ਗੱਲ ਹੋ ਗਈ, ਕੀ ਮੈਨ ਆ, ਐਂਡ ਇਜ਼ ਕੀ ਮੈਨ ਇਨ ਦ ਆਰਗੇਨਾਈਜੇਸ਼ਨ ਇਜ਼ ਰਿਸਪੋਂਸਿਬਲ ਟੂ ਟੌਪ ਮੈਨੇਜਮੈਂਟ ਐਜ਼ ਵੈਲ ਐਜ਼ ਹੀ ਇਜ਼ ਗੈਟ ਦ ਵਰਕ ਡਨ ਥਰੂ ਹਿਜ਼ subordinates, ਜੋ ਮੈਂ ਪਹਿਲਾਂ ਕਰਵਾ ਚੁੱਕੀ ਉਹੀ ਚੀਜ਼ ਆ। ਆਫਿਸ ਮੈਨੇਜਰ ਹੈਜ਼ ਟੂ ਪਰਫੋਰਮ ਵੇਰੀਅਸ ਰੋਲਸ ਇਨ ਰਿਲੇਸ਼ਨ ਟੂ ਹਿਜ਼ ਵਰਕ, ਟੌਪ ਮੈਨੇਜਮੈਂਟ, subordinates ਐਂਡ ਹਿਜ਼ ਕੋ ਮੈਨੇਜਰਸ। ਕਹਿੰਦਾ ਵਾ ਕਿ ਆਫਿਸ ਮੈਨੇਜਰ ਨੇ ਵੱਖ ਕੰਮ ਕਰਵਾਉਣੇ ਹੁੰਦੇ ਆ, ਟੌਪ ਮੈਨੇਜਮੈਂਟ ਦਾ ਜਿਹੜਾ ਕੰਮ ਆ ਉਹ ਕਿਹਨੇ ਕਰਨਾ, ਮੈਨੇਜਰ ਨੇ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਕਰਦਾ ਹੈ ਉਹ, ਆਪਣਾ ਕੰਮ ਜਿਹੜਾ ਵਾ ਟੌਪ ਮੈਨੇਜਮੈਂਟ ਦਾ ਕੰਮ ਉਹ ਕਿਹਨੂੰ ਦੱਸਦਾ ਵਾ, ਲੋਅਰ ਲੈਵਲ ਮੈਨੇਜਰ।
ਠੀਕ ਹੈ ਜੀ ਮੈਨੇਜਮੈਂਟ the importance of office manager is due to the fact that office work is present time in highly complex and needs special skill necessary for its performance ਕਹਿੰਦਾ ਕਿ ਆਫਿਸ ਦਾ ਵਰਕ ਲਈ ਸਾਨੂੰ ਇੱਕ ਸਪੈਸ਼ਲਾਈਜ਼ ਬੰਦਾ ਚਾਹੀਦਾ ਹੁੰਦਾ ਤੇ ਇੱਕ ਮੈਨੇਜਰ ਇੱਦਾਂ ਦਾ ਪਰਸਨ ਆ ਕਿ ਜਿਹਨੇ ਡਿਗਰੀਜ਼ ਕੀਤੀਆਂ ਹੋਣ ਜਿਹਨੂੰ ਪਤਾ ਹੋਵੇ ਕਿ ਇਹ ਕੰਮ ਕਿੱਦਾਂ ਕਰਾਉਣਾ ਠੀਕ ਹੈ ਰੋਲ ਆਫ ਮੈਨੇਜਰ ਇਜ਼ ਨਾਟ ਫਿਕਸਡ ਇੱਥੇ ਹੁਣ ਦੇਖੋ ਜੇ ਤੁਹਾਨੂੰ ਕੁਐਸਚਨ ਆ ਜਾਂਦਾ ਤੁਸੀਂ ਸਿੱਧੀ ਇੱਕ ਗੱਲ ਕਹੋਗੇ ਕਿ ਜਿਹੜਾ ਆਫਿਸ ਮੈਨੇਜਰ ਉਹ ਕੀ ਮੈਨ ਆ ਠੀਕ ਹੈ ਨਾ ਕੀ ਮੈਨ ਆ ਤੇ ਉਹੀ ਸਾਰਾ ਕੰਮ ਕਰਵਾਉਂਦਾ ਉਹ ਇੱਕ ਲਿੰਕ ਆ ਕਿਹਦੇ ਵਿੱਚ ਟੌਪ ਮੈਨੇਜਮੈਂਟ ਦੇ ਤੇ ਇੰਪਲੋਇਜ਼ ਦੇ ਵਿੱਚ ਤੇ ਬਟ ਕਹਿੰਦੇ ਆ ਕਿ ਜਿਹੜਾ ਉਹਦਾ ਰੋਲ ਆ ਉਹ ਫਿਕਸਡ ਨਹੀਂ ਆ ਇਟ ਵੇਰੀਜ਼ ਫਰੋਮ ਆਫਿਸ ਟੂ ਆਫਿਸ ਐਂਡ ਇੰਸਟੀਟਿਊਸ਼ਨ ਟੂ ਇੰਸਟੀਟਿਊਸ਼ਨ ਕਹਿੰਦਾ ਕਿ ਇਹ ਨਹੀਂ ਹੈ ਕਿ ਮੈਨੇਜਰ ਨੇ ਆਹੀ ਕੰਮ ਕਰਨਾ ਵਾ ਕਹਿੰਦਾ ਉਹਦਾ ਕੋਈ ਰੋਲ ਫਿਕਸ ਨਹੀਂ ਉਹ ਜਿਹੜਾ ਮਰਜ਼ੀ ਕੰਮ ਕਰ ਸਕਦਾ ਵਾ ਤੇ ਐਂਡ ਅਕੋਰਡਿੰਗ ਟੂ ਵਰਕ ਤੇ ਅਕੋਰਡਿੰਗ ਟੂ ਇੰਸਟੀਟਿਊਸ਼ਨ ਉਹਦਾ ਰੋਲ ਕੀ ਹੋ ਜਾਂਦਾ ਚੇਂਜ ਹੋ ਜਾਂਦਾ ਸਾਈਜ਼ ਆਲਸੋ ਇਫੈਕਟਸ ਬੱਚੇ ਜਿਹਦੀ ਆਰਗੇਨਾਈਜੇਸ਼ਨ ਹੀ ਬਹੁਤ ਵੱਡੀ ਓਬਵੀਅਸਲੀ ਉਹ ਆਰਗੇਨਾਈਜੇਸ਼ਨ ਕੰਮ ਕੀ ਕਰੂ ਮੈਨੇਜਰ ਦਾ ਰੋਲ ਕੀ ਹੋਊਗਾ ਵੱਧ ਹੋਊਗਾ ਐਂਡ ਜਿਹੜੀ ਆਰਗੇਨਾਈਜੇਸ਼ਨ ਹੀ ਛੋਟੀ ਆ ਤਾਂ ਮੈਨੇਜਰ ਦਾ ਰੋਲ ਕੀ ਹੋਊਗਾ ਘੱਟ ਹੋਊਗਾ ਹੀ ਆਲਸੋ ਡੇਵੀਏਟਸ ਅਕੋਰਡਿੰਗ ਟੂ ਦ ਡਾਇਰੈਕਸ਼ਨਸ ਗਿਵਨ ਬਾਈ ਇੰਪਲੋਇਰ ਹਿਜ਼ foremost functions include planning organizing and ਉਹਦਾ ਮੇਨ ਫੰਕਸ਼ਨਸ ਕੀ ਆ ਮੈਨੇਜਰ ਦੇ ਪਲਾਨ ਕਰਨਾ ਆਰਗੇਨਾਈਜ਼ਿੰਗ ਕਰਨਾ ਕੰਟਰੋਲਿੰਗ ਕਰਨੀ ਤੇ ਕੰਟਰੋਲਿੰਗ ਆਫਿਸ ਵਰਕ ਹੀ ਆਲਸੋ ਗਾਈਡਸ ਦ ਸਟਾਫ ਅੰਡਰ ਹਿਮ ਉਹੀ ਗੱਲ ਹੋ ਗਈ ਮੈਨੇਜਰ ਨੇ ਗਾਈਡ ਕਰਨਾ ਠੀਕ ਹੈ ਬੱਚੇ ਐਂਡ ਦੇਖੋ ਫੰਕਸ਼ਨਸ ਐਂਡ ਰਿਸਪੌਂਸਿਬਿਲਿਟੀਜ਼ ਮੈਂ ਕਰਵਾਉਂਗੀ ਬਟ ਇੱਕ ਵਾਰੀ ਤੁਸੀਂ ਆਪਣੇ ਆਪ ਪੜ੍ਹਿਓ ਬਿਕੋਜ਼ ਇਹ ਬਹੁਤ ਹੀ ਸੌਖੀਆਂ ਵਾ ਠੀਕ ਹੈ ਇਹ ਵੀ ਕੁਐਸਚਨ ਬਣ ਜਾਂਦਾ ਹੁੰਦਾ 6 ਮਾਰਕਸ ਦੇ ਵਿੱਚ ਸੋ ਇਹਨੂੰ ਇੱਕ ਵਾਰੀ ਆਪਣੇ ਆਪ ਪੜ੍ਹਨਾ ਹੈ ਠੀਕ ਹੈ ਦੈਟਸ ਆਲ ਫॉर ਟੁਡੇ ਬੱਚੇ